हम लुधियाना शहर के कोर्ट कम्प्लेक्स में खड़े हैं और जहाँ पर लॉयर जो यहाँ पर प्रैक्टिस करते हैं एडवोकेट, उनके चैम्बर भी यहीं पर हैं। और इस साल जो कोविड-19 के कारण चुनाव नहीं हुए, अब बार कौंसल पंजाब, हरियाणा, चंडीगढ़ ने फैसला किया है कि 6 नवंबर को जो बार कौंसल लुधियाना के क्या सभी पंजाब और हरियाणा के चुनाव हैं वो करवा दिए जाएं। तो इसी श्रृंखला में आज हम जहाँ पर आए हैं देखने के लिए कि जहाँ पर चुनाव की क्या तैयारियाँ चल रही हैं और वकील साहिबान इसके बारे में क्या कहते हैं। और देखिए, जैसा मैं आज यहाँ पर चर्चा करने के लिए आया था कि 6 नवंबर को जहाँ पर जो चुनाव हो रहे हैं हमारे बार एसोसिएशन के और 7 दिन बाकी बचे हैं, तो मेरे साथ एक कैंडिडेट हैं गुरकृपाल गिल साहब। तो जहाँ पर चर्चा सुनने में आई कि कुछ वकील चाहते हैं कि जहाँ पर चुनाव ना हो, लेकिन चुनाव ना होने का मतलब ये है कि जो काम अधूरे पड़े हैं वो ना हो। लेकिन जो लोग चुनाव लड़ना चाहते हैं, जो लोग वोट देना चाहते हैं, ठीक है, साल के लिए अगर आप नहीं कोई वोट डालता या जो नहीं चुनाव लड़ना चाहते या नहीं चाहते कि ये जो चुनाव है होने चाहिए ना होने चाहिए, कोई बात नहीं है। लेकिन जो चुनाव लड़ना चाहते हैं, जो वोट डालना चाहते हैं, उनका अधिकार है लोगों का। अगर इसको डिले करते रहेंगे, पहले 7-8 महीने वेस्ट हो चुके हैं, तो अभी जो समय है उसके लिए अगर चुनाव होते हैं तो मेरा ख्याल है कि इसमें कोई बुराई नहीं है। लेकिन हम कुछ वकीलों से पूछेंगे। सबसे पहले हम गुरकृपाल सिंह जी से पूछते हैं, गिल साहब जो प्रेसिडेंट के लिए खड़े हुए हैं और ये बहुत ही 7-8 महीने से क्या पूरा साल ही होने लगा है ये कंपेनिंग कर रहे हैं। तो मैं इनसे पूछूंगा कि आपका क्या सपना है कि आपने पहले जो चुनाव में पहले ही आपने साल हो चुका है इसके लिए काम कर रहे हैं। गुरकृपाल जी ਇਹਦੇ ਬਾਰੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਇਸ ਤਰ੍ਹਾਂ ਜੀ ਜਿਹੜੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਇਲੈਕਸ਼ਨ ਆ, ਇਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ। ਉਹ ਡੈਮੋਕ੍ਰੈਟਿਕ ਪ੍ਰੋਸੈਸ ਆ ਜਿਹੜੇ ਕੰਪਲੀਟ ਹੋਣਾ ਚਾਹੀਦਾ। ਇਲੈਕਸ਼ਨ ਅਗਰ ਹੁੰਦੀਆਂ ਨੇ ਤਾਂ ਡੈਮੋਕ੍ਰੇਸੀ ਬਹਾਲ ਹੁੰਦੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਵਕੀਲਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ, ਜਿਹੜੀਆਂ ਪ੍ਰੈਕਟਿਸ ਦੇ ਦੌਰਾਨ ਜਿਹੜੀਆਂ ਵਕੀਲਾਂ ਨੂੰ ਪ੍ਰੋਬਲਮ ਆ ਰਹੀਆਂ ਉਹਨਾਂ ਦੇ ਹੱਲ ਦੇ ਲਈ, ਜਾਂ ਕਿਸੇ ਵਕੀਲ ਨੂੰ ਕੋਈ ਪਰਸਨਲ ਪ੍ਰੋਬਲਮ ਆਵੇ ਉਹਦੇ ਹੱਲ ਦੇ ਲਈ ਜਿਹੜੀ ਸਾਡੀ ਐਗਜ਼ੈਕਟਿਵ ਬੋਡੀ ਦੀ ਇਲੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਗਰ ਐਗਜ਼ੈਕਟਿਵ ਬੋਡੀ ਐਗਜ਼ਿਸਟੈਂਸ ਹੋਊਗੀ, ਇਨ ਐਗਜ਼ਿਸਟੈਂਸ ਹੋਊਗੀ, ਤਾਂ ਹੀ ਉਹ ਵਕੀਲਾਂ ਦੀਆਂ ਪ੍ਰੋਬਲਮ ਬਾਰੇ ਅੱਗੇ ਉਹਦਾ ਕੋਈ ਸੋਲੂਸ਼ਨ ਕਰ ਸਕਦੀ ਆ। ਅਦਰਵਾਈਜ਼ ਤਾਂ ਜਿੰਨੀ ਦੇਰ ਐਗਜ਼ੈਕਟਿਵ ਦੀ ਇਲੈਕਸ਼ਨ ਨਹੀਂ ਹੁੰਦੀ ਉਨੀ ਦੇਰ ਵਕੀਲਾਂ ਨੂੰ ਪ੍ਰੋਬਲਮਸ ਫੇਸ ਹੋਣਗੀਆਂ। ਹੁਣ ਜਿਹੜੀ ਸਭ ਤੋਂ ਪਹਿਲੀ ਪ੍ਰੋਬਲਮ ਆ ਵਕੀਲਾਂ ਨੂੰ ਉਹ ਹੈ ਵਰਕਿੰਗ ਆਫ ਕੋਰਟਸ। ਜੇ ਕੋਈ ਨਵੀਂ ਆਪਣੀ ਐਗਜ਼ੈਕਟਿਵ ਅੱਜ ਇਲੈਕਟ ਹੋ ਜਾਂਦੀ ਹੈ, ਇਲੈਕਸ਼ਨ ਹੋ ਜਾਂਦੀ ਹੈ, ਐਗਜ਼ੈਕਟਿਵ ਦੀ ਇਲੈਕਸ਼ਨ ਹੋ ਜਾਵੇ ਤਾਂ ਜਿਹੜੀ ਵੀ ਐਗਜ਼ੈਕਟਿਵ ਆਊਗੀ ਤਾਂ ਉਹ ਜਾ ਕੇ ਸਭ ਤੋਂ ਪਹਿਲਾਂ ਇਹੀ ਜੁਡੀਸ਼ਰੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨਾਲ ਗੱਲ ਕਰੂਗੀ ਬਈ ਤੁਸੀਂ ਜਿਹੜੀ ਕੋਰਟ ਦੀ ਵਰਕਿੰਗ ਕੋਵਿਡ ਦੀਆਂ ਮੇਜਰਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋਏ, ਸੋਸ਼ਲ ਡਿਸਟੈਂਸਿੰਗ ਵੀ ਰਵੇ, ਕਿਸੇ ਨੂੰ ਕੋਈ ਪ੍ਰੋਬਲਮ ਵਕੀਲ ਸਾਹਿਬ ਨੂੰ ਵੀ ਨਾ ਹੋਵੇ, ਉਹਨਾਂ ਨੂੰ ਰੱਖਦੇ ਹੋਏ ਕੁਛ ਲਿਮਟਿਡ ਪਰਪਸ ਦੇ ਨਾਲ, ਲਿਮਟਿਡ ਤਰੀਕੇ ਨਾਲ, ਇਸ ਤਰੀਕੇ ਨਾਲ ਕੋਰਟ ਦੀ ਵਰਕਿੰਗ ਸਟਾਰਟ ਹੋਵੇ ਕਿ ਵਕੀਲਾਂ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਵੀ ਸਟਾਰਟ ਹੋ ਜਾਵੇ ਅਤੇ ਵਕੀਲਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਦੂਰ ਹੋ ਜਾਣ। ਸੋ ਮੇਰਾ ਪਹਿਲਾ ਮੁੱਦਾ ਇਹੀ ਰਹੂਗਾ ਅਗਰ ਇਲੈਕਸ਼ਨ ਹੋ ਜਾਂਦੀ ਆ, ਅਗਰ ਮੈਂ ਇਲੈਕਟ ਹੋ ਜਾਂਦਾ ਹੁੰਦਾ ਤਾਂ ਮੇਰਾ ਫਸਟ ਪ੍ਰੈਫਰੈਂਸ ਇਹੀ ਰਹੂਗੀ ਕਿ ਮੈਂ ਜਿਹੜੀ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਨੂੰ ਮਿਲਾਂ ਅਤੇ ਮਿਲ ਕੇ ਸਭ ਤੋਂ ਪਹਿਲਾਂ ਇਹ ਕਹਾਂ ਕਿ ਜਿਹੜੀਆਂ ਕੋਰਟ ਦੀ ਵਰਕਿੰਗ ਕੁਛ ਮੇਜਰਮੈਂਟਸ ਦੇ ਨਾਲ ਕੋਰਟ ਦੀ ਜਿਹੜੀ ਵਰਕਿੰਗ ਸਟਾਰਟ ਕੀਤੀ ਜਾਵੇ। ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਕੋਵਿਡ ਦੀਆਂ ਜਿਹੜੀਆਂ ਮੇਜਰਮੈਂਟਸ ਨੇ ਉਹਨਾਂ ਦੀ ਕੋਈ ਵਾਇਓਲੇਸ਼ਨ ਕਰਨੀ ਆ, ਉਹਨਾਂ ਦੀ ਨੂੰ ਅਸੀਂ ਪਾਲਣਾ ਕਰਦੇ ਹੋਏ ਇਹਦਾ ਜਿਹੜਾ ਹੈ ਕੋਰਟ ਦੀ ਵਰਕਿੰਗ ਸਟਾਰਟ ਹੋਵੇ। ਉਸ ਤੋਂ ਬਾਅਦ ਜਿਹੜਾ ਸੈਕਿੰਡ ਪ੍ਰੋਸੈਸ ਹੈ, ਜਿਹੜੀ ਸੈਕਿੰਡ ਵਕੀਲਾਂ ਦੀ ਪ੍ਰੋਬਲਮ ਰਹਿ ਜੂਗੀ, ਜਿਹੜੀ ਇਹ ਲੋਕਡਾਊਨ ਤੋਂ ਪਹਿਲਾਂ ਇੱਕ ਬਹੁਤ ਵੱਡੀ ਪ੍ਰੋਬਲਮ ਸੀ, ਜਿਹੜੀ ਇਹ ਲੋਕਡਾਊਨ ਕਾਰਨ ਇਹ ਪਿੱਛੇ ਪੈ ਗਈ। ਇਹ 2 ਬਿਲਡਿੰਗਸ ਦੀ ਜੁਆਇਨਿੰਗ, ਇੱਕ ਨਵੀਂ ਬਿਲਡਿੰਗ ਬਣੀ ਆ ਜੁਡੀਸ਼ੀਅਲ ਕੰਪਲੈਕਸ, ਇਹਦੀ ਔਰ ਪੁਰਾਣੇ ਕੰਪਲੈਕਸ ਦੀ ਜੁਆਇਨਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਮੇਰਾ ਇਸ ਤੋਂ ਬਾਅਦ ਜਿਹੜੀ ਮੇਰਾ ਕੰਮ ਕਰਨ ਵਾਲਾ ਹੋਊਗਾ, ਜਿਹਨੂੰ ਮੈਂ ਕਰੂੰਗਾ, ਉਹ ਇਹੀ ਹੋਊਗਾ ਵੀ ਜਿਹੜੀ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਨੂੰ ਮਿਲ ਕੇ ਅਤੇ ਸਰਕਾਰੀ ਲੈਵਲ 'ਤੇ ਅਤੇ ਗੌਰਮੈਂਟ ਦੇ ਕੋਲ ਇਹਨੂੰ ਪਿੱਛੋਂ ਮਿਲ ਕੇ ਵੀ ਇਹ ਜਿਹੜੀ ਦੋਨਾਂ ਬਿਲਡਿੰਗਸ ਦੀ ਜੁਆਇਨਿੰਗ ਕੰਪਲੀਟ ਹੋਵੇ। ਤੇ ਜਿਹੜੇ ਇਲੈਕਸ਼ਨ ਹੋ ਰਹੇ ਨੇ ਜਿਹੜੇ ਆਪਣਾ ਆਨਲਾਈਨ ਤੇ ਯਾਨੀ ਕਿ ਮੈਨੂਅਲ ਯਾਨੀ ਕਿ ਵੋਟ ਪਾਉਣ ਦੇ ਹਿਸਾਬ ਦੇ ਨਾਲ ਹੋਣਗੇ ਜਾਂ ਕਿਸ ਹਿਸਾਬ ਦੇ ਨਾਲ ਹੋਣਗੇ ਐਤਕੀ? ਨਹੀਂ, ਇਹ ਫਿਜ਼ੀਕਲ ਇਲੈਕਸ਼ਨ ਹੋਣੀ ਆ ਜੀ, ਕਿਉਂਕਿ ਆਨਲਾਈਨ ਇਲੈਕਸ਼ਨ ਦੇ ਉੱਤੇ ਹਾਈ ਕੋਰਟ ਦਾ ਆਰਡਰ ਆ ਗਿਆ ਸੀਗਾ ਕਿ ਆਨਲਾਈਨ ਨਹੀਂ ਹੋਣੀ। ਸੋ ਹੁਣ ਇਹ ਸਾਰੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਅਤੇ ਇਹ ਮੈਨੂਅਲ ਇਲੈਕਸ਼ਨ ਹੈ ਫਿਜ਼ੀਕਲ। ਬਿਹਾਰ ਦੇ ਵਿੱਚ ਵੀ ਇਲੈਕਸ਼ਨ ਹੋਏ ਹੈਗੇ ਆ, ਵੀ ਇੰਨੇ ਵੱਡਾ ਸਟੇਟ ਹੈਗੀ ਆ, ਉੱਥੇ ਤਾਂ ਕੋਈ ਪ੍ਰੋਬਲਮ ਆਈ ਨਹੀਂ ਸੀ, ਇੱਥੇ ਕੀ ਪ੍ਰੋਬਲਮ ਆ ਰਹੀ ਹੈ? ਨਹੀਂ, ਇੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ। ਅਗਰ ਐਡੀ ਵੱਡੀ ਇੱਕ ਵਿਧਾਨ ਸਭਾ ਦੀ ਇਲੈਕਸ਼ਨ ਹੋ ਸਕਦੀ ਆ ਤਾਂ ਇਹ ਤਾਂ ਬੜੀ ਸਾਡੀ ਛੋਟੀ ਇਲੈਕਸ਼ਨ ਹੈ। ਇੱਥੇ ਜੋ RO ਸਾਹਿਬ ਨੇ ਨੋਟਿਸ ਲਾਇਆ ਸੀਗਾ, ਅਸੀਂ WhatsApp ਦੇ ਗਰੁੱਪਸ ਦੇ ਵਿੱਚ ਦੇਖਿਆ, ਉਹ ਕਹਿੰਦੇ ਅਸੀਂ ਪੂਰੀਆਂ ਜਿਹੜੀਆਂ ਸੋਸ਼ਲ ਮੇਜਰਮੈਂਟਸ ਰੱਖ ਕੇ, ਕੋਵਿਡ ਦੀਆਂ ਦੀ ਪ੍ਰੀਕਾਸ਼ਨ ਦੀਆਂ ਸਾਰੀਆਂ ਮੇਜਰਮੈਂਟਸ ਰੱਖ ਕੇ ਉਹਦੇ ਅਕੋਰਡਿੰਗ ਅਸੀਂ ਇਲੈਕਸ਼ਨ ਕਰਾਵਾਂਗੇ। ਸੋ ਇੱਥੇ ਕੋਈ ਪ੍ਰੋਬਲਮ नहीं आ रही। तो गुरकृपाल जी ने बताया कि मेरा जो सपना है
जो बिल्डिंग दोनों हैं, जो नया सेशन कोर्ट बना है, जो कोर्ट बनी है उनका, और जो अपना लायर चैम्बर है उनको साथ साथ मिलाने का, और उसके बाद जो नेक्स्ट जो इनका है कि जो वकीलों के जो इस समय प्रॉब्लम आ रही है, जो कोर्ट वगैरह नहीं खुल रही हैं, और वकीलों को वो भी फैसिलिटी मिलनी चाहिए। और जो नई कमेटी आएगी, जो नई एसोसिएशन आएगी, उनमें इंथुजियाज्म होता है, एक उत्साह होता है कि हम काम करें, तो उसी को आगे लाने के लिए वो कहते हैं कि जो 6 नवंबर को इलेक्शन हो रहे हैं उनमें हमको बढ़ चढ़ कर भाग लेना चाहिए। सर रजनीश अरोड़ा जी, रजनीश जी अभी कहते हैं 6 नवंबर को इलेक्शन होने वाले हैं, तो इस बारे की कहना चाहते हो? होनी चाहिए है कि जी प्रॉब्लम है वकीलों ਦੀਆਂ ਉਹ ਸੋਲਵ ਹੋਣੀ ਚਾਹੀਦੀ ਨਵੀਂ ਕਮੇਟੀ ਬਣ ਕੇ? ਸਰ ਬਿਲਕੁਲ ਹੁਣ ਕਮੇਟੀ ਨਵੀਂ ਨਹੀਂ ਹੈਗੀ, ਇਸ ਕਰਕੇ ਐਗਜ਼ੈਕਟਿਵ ਹੈ ਨਹੀਂ। ਹੁਣ ਸਾਨੂੰ ਪ੍ਰੋਬਲਮਸ ਬਹੁਤ ਆ ਰਹੀਆਂ ਨੇ, ਇਹ ਇਲੈਕਸ਼ਨਸ ਹੋਣੇ बहुत ज़रूरी है ताकि साड़ियाँ प्रॉब्लम्स का हल हो सके। कोविड-19 के कारण जहाँ अपना जो इलेक्शन वगैरह नहीं हो सके, तो अब इलेक्शन की डेट रख दी गई है। कुछ वकील कहते हैं नहीं होने चाहिए, कुछ ने रिट लगा दी है, लेकिन आप क्या चाहते हैं कि इलेक्शन हो के ये काम ख़त्म हो जाना चाहिए? अभी लोगों की जो समस्याएं, जो वकीलों की समस्याएं हैं, हल होनी चाहिए। जी बिल्कुल सर, इलेक्शन होने चाहिए। इलेक्शन होंगे तो नवी कमेटी आएगी, वो रिप्रेजेंट करेगी बार को। जो प्रॉब्लम्स चल रही हैं एडवोकेट्स की, उनको वो रिप्रेजेंट करेंगे आगे जजेस के आगे, जो मेन कमेटी आएगी। तो उसकी वजह से हमें जो प्रॉब्लम फेस कर रहे हैं हम, लॉकडाउन जो कोविड की वजह से प्रॉब्लम्स चल रही थी, रेगुलर बेसिस वर्क बंद है, वो शुरू हो जाएगा। तो उससे इलेक्शन होने बहुत ज़रूरी है सर। अभी देखिए कुछ और वकीलों से पूछता हूँ, जो नई कमेटी होती है उसमें जोश होता है काम करने का, जो पुरानी कमेटी होती है, जब देखो इलेक्शन तो जो पहली कमेटी थी भंग कर दी गई है, तो जो नई कमेटी है उसके इंतज़ार में वकील साहबान 7-8 महीने हो चुके हैं, नहीं बनी। लेकिन अब जो प्रॉब्लम आ रही है वकीलों की, उसके बारे में हम चर्चा कर रहे हैं, तो हम इनसे पूछ रहे हैं वकील साहब से कि आप क्या चाहते हैं वकील साहब? कि नई बॉडी बननी चाहिए एक, क्योंकि हमारे पास है नहीं कोई हमारी बात सुने या कोई, तो अगर एक नया कैंडिडेट आएगा तो हम हमारी बातें सुन पाएगा। काफ़ी प्रॉब्लम्स फेस हो रही हैं। तो इन्होंने कहा कि नया कैंडिडेट आए, नया प्रेसिडेंट आए, नई एग्जीक्यूटिव कमेटी आए, वो नए आएंगे तो ज़रूर जोश के साथ काम करेंगे। आप भी इसके साथ क्या कहना चाहते हैं? वकील ने जो बताया हमें वकील साहब ने कि नई कमेटी बननी चाहिए। जी सर बिल्कुल, हमें काफ़ी सारी प्रॉब्लम्स आ रही हैं जिनको सॉल्व करने के लिए हमें कोई बॉडी चाहिए। इस वक्त सिर्फ एडहॉक कमेटी है जो कि हमारी प्रॉब्लम अच्छी तरह सॉल्व नहीं कर पा रही। और एडहॉक कमेटियाँ जो बनाई गई थी, आरजी कमेटी होती है, लेकिन वो इतने उत्साह से जोश से काम नहीं कर रहे। इनको जोश चाहिए, जो वकील हैं जो उनकी समस्याओं को हल कर सकें। तो आइए हम और कुछ वकीलों से मिलते हैं। देखिए यहाँ बार कौंसल पंजाब एंड हरियाणा ने निर्णय लिया है, डिसीजन लिया है कि इलेक्शन जो करा देने चाहिए, और 6 नवंबर डेट फिक्स कर दी गई है। लेकिन कुछ वकील चाहते हैं कि ना इलेक्शन हो, लेकिन जो चाहते हैं कि हो जाना चाहिए, कि नई कमेटी होगी, नया जोश होगा, नया काम करने का जो जज्बा होगा। हमारे जो नए प्रधान आएंगे, नए एग्जीक्यूटिव कमेटी आएगी। मेरे साथ अभी जस्सी जी एडवोकेट हैं जी भी, जहाँ प्रैक्टिस करते हैं, इनसे पूछ लेते हैं क्या कहते हैं। की कहते जस्सी साहब इलेक्शन के बारे? सर इलैक्शनस एक्चुअली हो जाने चाहिए, क्योंकि जी प्रेजेंट एग्जैक्टिव आ ਉਹਦਾ ਮੈਨੂੰ ਲੱਗਦਾ कि मेन ਹੁਣ रोल ਰਿਹਾ नहीं है, क्योंकि नवी एग्जैक्टिव आएगी, जजेस ਤੇ ਪ੍ਰੈਸ਼ਰ ਪਏਗਾ ਜਾਂ कुछ भी डिस्कशन करके कोर्टां खुल्लियां चाहिए ने, क्योंकि काफ़ी टाइम हो चुका। हुण देखो मार्च का लॉकडाउन होया हुण सारा कुछ हौली हौली सरकार ने सब कुछ ओपन करता, सिर्फ कोर्ट पेंडिंग ने हुण अपनियां। किसी तरीके नाल हौली हौली जिहड़ा पेंडिंग वर्क इन्ना हैगा उहनूं हौली हौली खोल देना चाहिए जज्जां नूं। तो देखिए उन्होंने बताया कि अब जो मैरिज में भी सैकड़ों लोग भागने लगे, बसें भर गई हैं, और लिफ्ट में भी 10-10 आदमी घुस के जाने लगे हैं। तो अब ये क्या रह गया कि अब कोर्ट भी खुल जानी चाहिए। जो भी अपना लॉ वगैरह है, जो भी डिस्टेंस वगैरह, डिस्टेंस तो ख़त्म ही कर दिया है। अब जो भी कोई प्रॉब्लम है या जो कोई रूल वगैरह हैं कोरोना के, वो फॉलो करते हुए कोर्ट खुल जाना चाहिए। जस्सी जी ने तो हमें यही बताया है, बाकी और देख लेते हैं 2-4 लोगों से मिल के। बहुत सारे वकील चाहते हैं कि जो कोर्टा ने इन्हें काम होवे, तो जी नवी एग्जैक्टिव कमेटी आओगी, प्रधान आएंगे, वो काम करवाएंगे, तो जोश होंदा नਵੇਂ ਬੰਦਿਆਂ ਦੇ ਵਿੱਚ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਠੀਕ ਹੈ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਬਿਕੋਜ਼ ਆਫ ਕਿ ਲੋਕਡਾਊਨ ਵਗੈਰਾ ਜਿਹੜਾ ਹੈ ਉਹ ਸਾਰਾ ਆਲ ਓਵਰ ਇੰਡੀਆ 'ਚ ਅਦਰਵਾਈਜ਼ 80-90% ਖੁੱਲ ਚੁੱਕਿਆ ਹੈ। ਐਕਸੈਪਟ ਕੋਰਟਸ ਜਿਹੜਾ ਹੈ ਸਾਰੀ ਵਰਕਿੰਗਸ ਚੱਲ ਰਹੀਆਂ। ਥੋੜਾ ਪ੍ਰੀਕਾਸ਼ਨ ਦੇ ਨਾਲ ਕੋਰਟਸ ਦਾ ਕੰਮ ਵੀ ਸਟਾਰਟ ਕਰਨਾ ਚਾਹੀਦਾ, ਜਿਹੜਾ ਸਾਡੀ ਨਵੀਂ ਟੀਮ ਆ ਕੇ ਬਾਕੀ ਜਿਹੜੇ ਪੈਂਡਿੰਗ ਕੰਮ ਹੈ ਸਾਡੇ ਵਕੀਲ ਭਰਾਵਾਂ ਦੇ ਤੇ ਹੋਰ ਕੋਰਟਾਂ ਦੇ ਰਿਲੇਟਡ ਕੰਮ ਜਿਹੜੇ ਹੈ ਉਹ ਵੀ ਸਮੂਥ ਚੱਲਣ, ਪਬਲਿਕ ਨੂੰ ਵੀ ਇਹਦਾ ਫਾਇਦਾ मिले तो जस्टिस प्रोवाइड होवे। तक हम चर्चा कर रहे थे कि इलेक्शन होने चाहिए, हो जाएं, और काम जो मसला है, जो नई टीम आएगी अपना जोश के साथ काम करे। मेरे साथ नरेंद्र आदिया जी हैं, ये क्या कहते हैं, इनसे सुनते हैं। पहली गल तो यह आ बहुत दुख दी घड़ियाँ चल रही पूरे देश के विच ही। इलैक्शन होना या नहीं होना बड़ा अहमियत सवाल रखता है। काफ़ी मेजोरिटी इलैक्शन करवाउण विच है, और कुछ ना मात्र मेजोरिटी हैगी भी नहीं होने चाहिए। पर इलैक्शन होने या नहीं होने यह मुद्दा साडे बार दे विच साडी हाई कोर्ट भी जी लिंगर ऑन सीगा, पर कई बंदे हाई कोर्ट विच दरवाजा भी खड़का रहे भी नहीं होने चाहिए, पर होने चाहिए आ।
ਹੁਣ ਇਸ ਕਰਕੇ ਚਾਹੀਦਾ ਜਿਹੜੀ ਪੁਰਾਣੀ ਬੋਡੀ ਆ ਬਾਰ ਦੀ ਉਹ ਹਰਕਤ ਵਿੱਚ ਹੈ ਨਹੀਂ, ਉਹਨਾਂ ਨੂੰ ਪਤਾ ਵੀ ਅਸੀਂ ਜਾ ਚੁੱਕੇ ਆ ਬੇਸ਼ੱਕ ਉਹ ਹਰਕਤ ਵਿੱਚ ਹੋਣ ਪਰ ਕਰ ਕੁਝ ਨਹੀਂ ਸਕਦੇ। ਇਸ ਲਈ ਜਿਹੜੇ ਬਾਹਰ ਵਕੀਲਾਂ ਦੇ ਵਿੱਚ ਕੋਈ ਪ੍ਰੋਬਲਮ ਆਈਆਂ ਪਈਆਂ ਆ ਕਰੋਨਾ ਕਰਕੇ, ਔਰ ਜਿਹੜੇ ਵਕੀਲਾਂ ਨੂੰ ਚੀਜ਼ਾਂ ਦਾ ਫੇਸ ਕਰਨਾ ਪੈ ਰਿਹਾ, ਚਾਹੇ ਉਹ ਆਰਥਿਕ ਹੈ, ਜਿਸ ਤਰ੍ਹਾਂ ਜ਼ਿਆਦਾਤਰ ਆਰਥਿਕ ਹੈ, ਕਿਉਂਕਿ ਅਦਾਲਤਾਂ ਪੂਰੀਆਂ ਖੁੱਲ੍ਹ ਨਹੀਂ ਰਹੀਆਂ, ਇਸ ਕਰਕੇ ਜਿਹੜੇ ਵੀ ਲਿਟੀਗੈਂਟਸ ਹੈ ਜਿਨ੍ਹਾਂ ਨੇ ਕੇਸ ਕਰਨੇ ਆ, ਫਰੈਸ਼ ਕਰਨੇ ਆ, ਉਹ ਹਲੇ ਦੁਵਿਧਾ ਵਿੱਚ ਹੈ ਵੀ ਜਾਈਏ ਕਿ ਨਾ ਜਾਈਏ। ਜੇ ਸਾਰਾ ਪੂਰਾ ਆਸ਼ਨ ਪ੍ਰਸ਼ਾਸਨ ਵੈਸੇ ਸਾਰਾ ਖੁੱਲ੍ਹ ਚੁੱਕਾ ਆ, ਪੂਰੇ ਦੇਸ਼ ਵਿੱਚ ਸਾਰਾ ਖੁੱਲ੍ਹ ਚੁੱਕਾ, ਪਰ ਮੈਂ ਕਹਿਣਾ ਚਾਹੁੰਦਾ ਵੀ ਨਿਆਂਪਾਲਿਕਾ ਨੂੰ ਇਹਦੇ ਵਿੱਚ ਹੁਣ ਕੀ ਇਤਰਾਜ਼ ਹੋ ਰਿਹਾ। ਆਮ ਜਨਤਾ ਜਦ ਮੰਦਿਰ ਗੁਰਦੁਆਰੇ ਖੁੱਲ੍ਹ ਗਏ ਆ, ਪੈਲੇਸ ਖੁੱਲ੍ਹ ਗਏ ਆ, ਨਿਆਂਪਾਲਿਕਾ ਨੂੰ ਇਹਦੇ ਵਿੱਚ ਕੀ ਆ? ਲੋਕਾਂ ਨੂੰ ਪਹਿਲਾਂ ਹੀ ਲਿਟੀਗੇਸ਼ਨ ਬੜੀ ਲਿੰਗਰ ਔਨ ਹੋਈ ਪਈ ਆ। ਨਿਆਂਪਾਲਿਕਾ ਜਿਹੜੇ ਲੋਕਾਂ ਦੇ ਫੈਸਲੇ ਆ ਬਹੁਤ ਦੂਰ ਤੱਕ ਗਏ ਪਏ ਆ, ਔਰ ਕਰੋਨਾ ਕਰਕੇ ਹੋਰ ਦੂਰ ਚਲ ਗਏ ਜਾਣਗੇ। ਮੇਰੀ ਬੇਨਤੀ ਹੈ ਇੱਕ ਤਾਂ ਇਲੈਕਸ਼ਨ ਹੋ ਜਾਣ, ਜਿਹੜੀ ਨਵੀਂ ਬੋਡੀ ਬਣੂਗੀ, ਜਿਹੜੀ ਵੀ ਵਜ਼ੀਰ ਬਣ ਕੇ ਆਉਣਗੇ ਬਾਹਰ ਦੇ, ਉਹ ਕੁਝ ਨਾ ਕੁਝ ਪੋਜ਼ਿਟਿਵ ਚੀਜ਼ਾਂ ਸੋਚਣਗੇ, ਔਰ ਕੁਝ ਨਾ ਕੁਝ ਵਕੀਲਾਂ ਨੂੰ ਸਹੂਲਤ ਮਿਲੂਗੀ। ਵਕੀਲਾਂ ਦੇ ਜਿਹੜੇ ਕੰਮ ਹੈ, ਲੋਕਾਂ ਦੇ ਜਿਹੜੇ ਲਿਟੀਗੈਂਟਸ ਹੈ, ਉਹਨਾਂ ਦੇ ਵੀ ਤੁਰਨੇ ਸ਼ੁਰੂ ਹੋ ਜਾਣਗੇ। ਇਸ ਕਰਕੇ ਇਲੈਕਸ਼ਨ ਜ਼ਰੂਰ ਹੋਣੀ ਚਾਹੀਦੀ ਆ। 6 ਤਰੀਕ ਨੂੰ ਜਿਹੜੇ ਆ ਇਲੈਕਸ਼ਨ ਹੈ ਉਹ ਬੜੀ ਹੀ ਆਪਣੇ ਕਾਨੂੰਨ ਔਰ ਕਾਇਦੇ ਵਿੱਚ ਹੋਣੀ ਚਾਹੀਦੀ ਆ, ਔਰ ਕਰੋਨਾ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਉਹਨੂੰ ਵੀ ਜ਼ਰੂਰ ਫਾਲੋ ਕਰਨਾ ਚਾਹੀਦਾ। ਤੁਸੀਂ ਕੀ ਚਾਹੁੰਦੇ, ਹੋਣੇ ਚਾਹੀਦੇ ਆ? ਹਾਂਜੀ ਬਿਲਕੁਲ ਹੋਣੇ ਚਾਹੀਦੇ ਆ, ਕਿਉਂਕਿ ਇਲੈਕਸ਼ਨਸ ਦੇ ਬਿਲਕੁਲ ਲਾਸਟ ਸਟੈਪ ਜੋ ਚੱਲ ਰਿਹਾ ਸੀਗਾ ਕਿ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸੀ, ਸਾਰੇ ਕੈਂਡੀਡੇਟਸ ਪੂਰੇ ਰੈਡੀ ਹੋ ਚੁੱਕੇ ਸੀ, ਤਾਂ ਅਚਾਨਕ ਸਾਡੇ ਦੇਸ਼ ਵਿੱਚ ਜੋ ਕਰੋਨਾ ਦੀ ਪ੍ਰੋਬਲਮ ਆ ਗਈ ਹੈ, ਤੇ ਹੁਣ ਅਸੀਂ ਕਾਫੀ ਹੱਦ ਤੱਕ ਉਸ ਤੋਂ ਅੱਗੇ ਵੱਧ। ਯਾਨੀ ਕਿ ਚੁਣਾਵ ਹੋਣੇ ਚਾਹੀਦੇ? ਹਾਂਜੀ ਬਿਲਕੁਲ ਹੋਣੇ ਚਾਹੀਦੇ ਆ। ਜਿਹੜੇ ਹੈਗੇ ਨਵੀਂ ਕਮੇਟੀ ਹੋਊਗੀ, ਨਵਾਂ ਜੋਸ਼ ਹੋਊਗਾ ਤੇ ਨਵੀਆਂ ਮੰਗਾਂ ਰੱਖਣਗੇ, ਲੋਕੀ ਮੰਗਾਂ ਮੰਨੀਆਂ ਜਾਣਗੀਆਂ। ਪਰ ਤੁਸੀਂ ਕੀ ਕਹਿਣਾ ਚਾਹੁੰਦੇ हो? जेकर अदालतें खुलती हैं हाँ जी, फिर इलेक्शन होनी चाहिए। और देखिए अभी मैंने अलग अलग वकीलों से राय पूछी कि 6 नवंबर को इलेक्शन है, वकीलों की समस्याएं बहुत सारी हैं, कोर्ट बंद हैं, कोर्ट रेगुलर होने चाहिए। अगर कोई लीडर होगा, कोई नेता होगा, कोई एग्जीक्यूटिव कमेटी होगी, कोई प्रधान होगा, वो वकीलों की जो समस्या है उसको लेके साथ जाएगा। तो इसलिए जो नई कमेटी होगी उसमें जोश होगा, उस जोश का हमें फ़ायदा उठाना चाहिए, तो ताकि 6 नवंबर के जो इलेक्शन हो रहे हैं उसमें किसी न किसी नेता को चुन लेना चाहिए, ताकि जो हमारे नेता लोग हैं अपनी जो वकीलों की समस्या है वो आगे लेके जाएं। श्रीपाल शर्मा के साथ कैमरामैन दिलजीत।